ਹਾਂਜੀ ਸਟੂਡੈਂਟਸ, ਅੱਜ ਅਸੀਂ ਆਪਣੀ ਇੰਗਲਿਸ਼ ਇਲੈਕਟਿਵ +1 ਕਲਾਸ ਦਾ 5ਵਾਂ ਐਸੇ ਗੁਰੂ ਗੋਬਿੰਦ ਸਿੰਘ ਉਸ ਦੀ ਐਕਸਪਲੇਨੇਸ਼ਨ ਅਤੇ ਐਨਾਲਿਸਿਸ ਕਵਰ ਕਰਨ ਜਾ ਰਹੇ ਹਾਂ। ਸਟੂਡੈਂਟਸ, ਇਹ ਵੀਡੀਓ ਇਸ ਐਸੇ ਦਾ ਪਹਿਲਾ ਪਾਰਟ ਹੋਏਗਾ। ਸਟੂਡੈਂਟਸ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਇੰਗਲਿਸ਼ ਇਲੈਕਟਿਵ ਕਲਾਸ 1 ਦੇ ਪਹਿਲੇ 4 ਐਸੇ ਦਾ ਯੰਗ ਅਕਬਰ, ਦਾ ਸਟੋਰੀ ਆਫ ਸ਼੍ਰੀ ਰਾਮਾਜ਼ ਐਗਜ਼ਾਈਲ, ਦਾ ਡਿਸਕਵਰੀ ਆਫ ਪੈਨਿਸਿਲਿਨ ਅਤੇ ਦਾ ਸਟੋਰੀ ਆਫ ਮਾਈਕਲ, ਇਹ ਸਾਰੇ ਚੈਪਟਰਸ, ਇਹਨਾਂ ਦੀ ਐਕਸਪਲੇਨੇਸ਼ਨ, ਇਹਨਾਂ ਦੇ ਕੁਐਸਚਨ ਆਨਸਰਸ, ਇਹਨਾਂ ਸਭ ਦੇ ਵੀਡੀਓਜ਼ ਬਣਾ ਕੇ ਮੈਂ ਤੁਹਾਡੇ ਨਾਲ ਸ਼ੇਅਰ ਕਰ ਚੁੱਕਿਆ ਹਾਂ। ਉਮੀਦ ਹੈ ਕਿ ਤੁਸੀਂ ਇਹ ਸਾਰੇ ਵੀਡੀਓਜ਼ ਦੇਖੇ ਹੋਣਗੇ। ਜੇਕਰ ਇਹਨਾਂ ਵਿੱਚੋਂ ਕੋਈ ਵੀ ਵੀਡੀਓ ਮਿਸ ਹੋਇਆ ਹੈ, ਇੰਗਲਿਸ਼ ਇਲੈਕਟਿਵ ਦੀ ਪਲੇਲਿਸਟ ਦਾ ਲਿੰਕ ਤੁਹਾਨੂੰ ਉੱਪਰ ਪ੍ਰੋਵਾਈਡ ਕਰ ਰਿਹਾ ਹਾਂ, ਉਸ ਉੱਤੇ ਜਾ ਕੇ ਤੁਸੀਂ ਇਹ ਸਾਰੇ ਵੀਡੀਓਜ਼ ਪ੍ਰਾਪਤ ਕਰ ਸਕਦੇ ਹੋ। ਸਟੂਡੈਂਟਸ, ਮੈਂ +1 ਅਤੇ +2 ਕਲਾਸਿਸ ਦੇ ਜਨਰਲ ਇੰਗਲਿਸ਼ ਅਤੇ ਇਲੈਕਟਿਵ ਇੰਗਲਿਸ਼ ਦੇ ਬਹੁਤ ਸਾਰੇ ਵੀਡੀਓਜ਼ ਬਣਾਏ ਹੋਏ ਹਨ। ਇਹਨਾਂ ਵੀਡੀਓਜ਼ ਨੂੰ ਦੇਖਣ ਦੇ ਲਈ ਤੁਸੀਂ YouTube ਦੀ ਸਰਚ ਬਾਰ ਤੇ ਜਾ ਕੇ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਟਾਈਪ ਕਰੋ। ਰਿਜ਼ਲਟ ਵਿੱਚ ਆਈ ਪਹਿਲੀ ਸਾਈਟ ਦੇ ਦੀਪਕ ਸੂਦ ਦੇ ਜਾ ਕੇ ਕਲਿੱਕ ਕਰੋ ਤਾਂ ਇਸ ਤਰ੍ਹਾਂ ਤੁਸੀਂ ਚੈਨਲ ਤੇ ਪਹੁੰਚ ਜਾਵੋਗੇ, ਜਿੱਥੇ ਤੁਸੀਂ ਵੀਡੀਓਜ਼ ਦਾ ਇੱਕ ਸੈਕਸ਼ਨ ਦੇਖੋਗੇ। ਵੀਡੀਓਜ਼ ਤੇ ਕਲਿੱਕ ਕਰੋ, ਤੁਹਾਨੂੰ ਮੇਰੀਆਂ ਬਣਾਈਆਂ ਹੋਈਆਂ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ। ਇਸ ਦੇ ਵਿੱਚ +1 +2 ਦੀਆਂ ਸਾਰੀਆਂ ਕਲਾਸਿਸ ਦੀਆਂ ਜੋ ਮੈਂ ਵੀਡੀਓਜ਼ ਬਣਾਈਆਂ ਹਨ ਉਹ ਸ਼ਾਮਿਲ ਹਨ। ਪਲੇਲਿਸਟ ਵਾਲੇ ਸੈਕਸ਼ਨ ਤੇ ਜਾ ਕੇ ਤੁਸੀਂ ਸਾਰੀਆਂ ਪਲੇਲਿਸਟ ਪ੍ਰਾਪਤ ਕਰ ਪਾਓਗੇ, ਜਿਵੇਂ ਕਿ ਕਲਾਸ 12 ਦੀ ਪਲੇਲਿਸਟ ਚੌਥੇ ਨੰਬਰ ਤੇ ਹੈ। ਇਸ ਤੇ ਤੁਸੀਂ ਜਾ ਕੇ ਜਦੋਂ ਵਿਊ ਫੁੱਲ ਪਲੇਲਿਸਟ ਕਰੋਗੇ ਤਾਂ ਤੁਹਾਨੂੰ ਕਲਾਸ 12 ਦੀਆਂ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ। ਇਸੇ ਤਰ੍ਹਾਂ ਤੁਸੀਂ ਬਾਕੀ ਕਲਾਸ 11 ਉਹਨਾਂ ਦੀ ਪਲੇਲਿਸਟ ਤੇ ਜਾ ਕੇ ਸਾਰੀਆਂ ਵੀਡੀਓਜ਼ ਪ੍ਰਾਪਤ ਕਰ ਸਕਦੇ ਹੋ। ਅਤੇ ਇਸੇ ਤਰ੍ਹਾਂ ਮੈਂ ਕਲਾਸ 11 ਤੇ ਕਲਾਸ 12 ਦੀਆਂ ਗ੍ਰਾਮਰ ਦੀਆਂ ਵੀਡੀਓ ਲਿਸਟ ਬਣਾਈ ਹੋਈ ਹੈ, ਤਾਂ ਉਹ ਸਾਰੀਆਂ ਵੀਡੀਓਜ਼ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਅਤੇ ਇੱਕ ਪਲੇਲਿਸਟ ਇੰਗਲਿਸ਼ ਇਲੈਕਟਿਵ ਕਲਾਸ 11 ਦੀ ਵੀ ਹੈ ਅਤੇ ਉਸ ਦੇ ਵਿੱਚ ਤੁਹਾਨੂੰ ਸਾਰੀਆਂ ਕਲਾਸ 11 ਦੀਆਂ ਪਲੇਲਿਸਟ ਪ੍ਰਾਪਤ ਹੋ ਜਾਣਗੀਆਂ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇੱਕ ਵਾਰ ਤੁਸੀਂ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਚੈਨਲ ਤੇ ਜ਼ਰੂਰ ਵਿਜ਼ਿਟ ਕਰੋ। ਦੇਖੋ, ਸਟਾਰਟ ਹੁੰਦਾ ਹੈ ਕਿ ਆਵਰ ਕੰਟਰੀ celebrated a few years ago the 300th birth anniversary of Guru Gobind Singh। ਤਾਂ ਕੁਝ ਸਾਲ ਪਹਿਲਾਂ ਨਾ ਆਪਣੇ 300 ਸਾਲਾ ਗੁਰੂ ਗੋਬਿੰਦ ਸਿੰਘ ਜੀ ਦੀ ਬਰਥ ਜਨਮ ਸ਼ਤਾਬਦੀ ਮਨਾਈ ਗਈ ਸੀ। ਟਾਈਮ ਹੋ ਗਿਆ ਵੈਸੇ ਉਹਨੂੰ। ਸੈਲੀਬ੍ਰੇਟ ਦਾ ਮਤਲਬ ਕੀ ਹੁੰਦਾ? ਮਨਾਉਣਾ। ਤੇ ਬਰਥ ਐਨੀਵਰਸਰੀ ਕੀ ਹੋਗੀ? ਜਨਮ ਸ਼ਤਾਬਦੀ। ਕਹਿੰਦੇ what the Guru did in his lifetime changed the history of our land। ਕਹਿੰਦੇ ਗੁਰੂ ਨੇ ਜੋ ਆਪਣੀ ਜ਼ਿੰਦਗੀ ਦੇ ਵਿੱਚ ਕੀਤਾ, ਗੁਰੂ ਇੱਥੇ ਕਿਹਨੂੰ ਕਿਹਾ ਗਿਆ? ਗੁਰੂ ਗੋਬਿੰਦ ਸਿੰਘ ਜੀ ਨੂੰ। ਲਾਈਫ ਟਾਈਮ ਆਪਣੇ ਸਮੇਂ ਦੇ ਵਿੱਚ ਕੀਤਾ ਤਾਂ ਉਸਨੇ ਸਾਡੀ ਲੈਂਡ, ਸਾਡੀ ਧਰਤੀ ਮਤਲਬ ਪੰਜਾਬ ਦੀ ਧਰਤੀ ਦੀ ਹਿਸਟਰੀ ਚੇਂਜ ਕਰ, ਜੋ ਵੀ ਉਹਨਾਂ ਨੇ ਕੀਤਾ। So he will always be remembered by his followers and admirers with reverence and affection। ਆ ਦੋ ਤਿੰਨ ਵਰਡਸ ਆਏ हैं, ਜਿਵੇਂ ਕਿ ਐਡਮਾਇਰਰ ਆਇਆ। ਐਡਮਾਇਰ ਦਾ ਮਤਲਬ ਹੁੰਦਾ ਬੱਚਿਓ ਕਿਸੇ ਨੂੰ ਜਦ ਆਪਾਂ ਇੱਜ਼ਤ ਦਿੰਦੇ ਹਾਂ, ਐਡਮਾਇਰ ਕਰਦੇ ਹਾਂ, ਤਾਂ ਐਡਮਾਇਰਰਸ ਵਿਦ ਰੈਵਰੈਂਸ। ਰੈਵਰੈਂਸ ਵੀ ਇੱਜ਼ਤ ਨੂੰ ਕਿਹਾ ਜਾਂਦਾ ਹੈ, ਰਿਸਪੈਕਟ ਨੂੰ ਕਿਹਾ ਜਾਂਦਾ। ਅਫੈਕਸ਼ਨ ਦਾ ਮਤਲਬ ਪਿਆਰ। ਇਸ ਕਰਕੇ ਉਹਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਏਗਾ। ਰਿਮੈਂਬਰ ਦਾ ਮਤਲਬ ਯਾਦ ਰੱਖਿਆ ਜਾਏਗਾ। ਕਿਹਦੇ ਦੁਆਰਾ? ਫੋਲੋਅਰਸ ਦੁਆਰਾ। ਫੋਲੋਅਰਸ ਕਿਹੜੇ ਹੋ ਗਏ? ਜਿਹੜੇ ਉਹਨਾਂ ਨੂੰ ਮੰਨਦੇ ਨੇ, ਸਿੱਖ ਧਰਮ ਦੇ ਲੋਕ ਨੇ। ਸਿਰਫ ਫੋਲੋਅਰਸ ਨਹੀਂ, ਜਿਹੜੇ ਉਹਨਾਂ ਨੂੰ ਐਡਮਾਇਰ ਕਰਦੇ ਨੇ। ਐਡਮਾਇਰ ਦਾ ਮਤਲਬ ਜੋ ਉਹਨਾਂ ਨੂੰ ਇੱਜ਼ਤ ਦਿੰਦੇ ਨੇ ਅਤੇ ਪਿਆਰ ਦਿੰਦੇ ਨੇ। ਤਾਂ ਉਹ ਸਾਰੇ ਲੋਕਾਂ ਦੁਆਰਾ ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਰੱਖਿਆ ਜਾਊਗਾ। ਗੁਰੂ ਗੋਬਿੰਦ ਸਿੰਘ, who was the last of the 10 Sikh Gurus, was born in 1666 at Patna in Bihar। ਕਿੰਨਵੇਂ ਗੁਰੂ ਸੀਗੇ ਜੀ? 10ਵੇਂ ਗੁਰੂ ਸੀ, ਸਿੱਖ ਗੁਰੂ ਸੀਗੇ। ਕਿੱਥੇ ਪੈਦਾ ਹੋਏ ਜੀ? ਪਟਨਾ 'ਚ। ਬਿਹਾਰ ਦੀ ਕੈਪੀਟਲ ਹੈ ਜੀ ਇਹ। ਤੇ 1666 ਈਸਵੀ ਦੇ ਵਿੱਚ ਇਹਨਾਂ ਦਾ ਜਨਮ ਹੋਇਆ। His father Guru Tegh Bahadur was then traveling in Eastern India। ਇਹਨਾਂ ਦੇ ਪਿਤਾ ਜੀ ਗੁਰੂ ਤੇਗ ਬਹਾਦਰ ਜੀ ਸੀਗੇ 9ਵੇਂ ਗੁਰੂ, ਸਾਨੂੰ ਸਭ ਨੂੰ ਪਤਾ ਹੈ। ਉਹਨਾਂ ਦਿਨਾਂ ਦੇ ਵਿੱਚ ਉਹ ਈਸਟਰਨ ਇੰਡੀਆ ਵੱਲ ਟਰੈਵਲ ਕਰ ਰਹੇ ਸੀ। ਟਰੈਵਲ ਦਾ ਮਤਲਬ ਕੀ ਹੁੰਦਾ ਹੈ ਜੀ? ਯਾਤਰਾ ਕਰਨਾ। ਈਸਟਰਨ ਇੰਡੀਆ ਕੀ ਹੋਇਆ? ਇਸ ਦਾ ਮਤਲਬ ਹੁੰਦਾ ਪੂਰਬ, ਪੂਰਬੀ ਭਾਰਤ। ਈਸਟਰਨ ਇੰਡੀਆ ਦਾ ਮਤਲਬ ਕੀ ਹੋਇਆ? ਪੂਰਬੀ ਭਾਰਤ ਵੱਲ ਉਹ ਟਰੈਵਲ ਕਰ ਰਹੇ ਸੀ। The happy news of the birth of a son to him spread quickly and people came from far and wide to offer him their felicitations। ਇਹਨਾਂ ਦੇ ਬੇਟੇ ਦੇ ਜਨਮ ਦੀ ਨਿਊਜ਼ ਆਈ। ਸਨ ਦਾ ਮਤਲਬ ਬੇਟਾ,
ਬੇਟੇ ਦੇ ਜਨਮ ਦੀ ਨਿਊਜ਼ ਆਈ, ਇੱਕਦਮ ਫੈਲ ਗਈ। ਸਪਰੈਡ ਦਾ ਮਤਲਬ ਹੁੰਦਾ ਹੈ ਫੈਲਣਾ, ਕੁਇਕਲੀ ਦਾ ਮਤਲਬ ਤੇਜ਼ੀ ਨਾਲ। ਅਤੇ ਫਿਰ ਜਿਹੜੇ ਲੋਕ ਸੀਗੇ ਫਰੋਮ ਫਾਰ ਐਂਡ ਵਾਈਡ, ਫਾਰ ਐਂਡ ਵਾਈਡ ਬੱਚਿਓ ਫਰੇਜ਼ ਹੁੰਦਾ ਹੈ। ਫਾਰ ਐਂਡ ਵਾਈਡ ਦਾ ਮਤਲਬ ਹੁੰਦਾ ਹੈ ਦੂਰ ਦੁਰਾਡੇ, ਇਕੱਠਾ ਹੀ ਆਉਂਦਾ ਹੈ ਫਰੇਜ਼ ਬੇਟਾ, ਫਾਰ ਐਂਡ ਵਾਈਡ, ਠੀਕ ਹੈ। ਦੂਰ ਦੁਰਾਡੇ ਤੋਂ ਇਹਨਾਂ ਦੇ ਘਰੇ ਪਹੁੰਚੇ, ਕਿਉਂ? ਟੂ ਆਫਰ ਹਿਮ, ਇਹਨਾਂ ਨੂੰ ਦੇਣ ਲਈ देयर ਫੈਲੀਸੀਟੇਸ਼ਨਸ, ਆਪਣੀਆਂ ਵਧਾਈਆਂ। ਤਾਂ ਵਧਾਈਆਂ ਦੇਣ ਜੀ ਘਰੇ ਦੂਰ ਦੁਰਾਡੇ ਤੋਂ ਲੋਕ ਪਹੁੰਚੇ। ਫੈਲੀਸੀਟੇਸ਼ਨ ਦਾ ਮਤਲਬ ਕੀ ਹੈ? ਵਧਾਈਆਂ। Among the very first to arrive was Sayyid Bhikham Shah, a Muslim Sufi of great repute and piety. ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਪਹੁੰਚਣ ਵਾਲਿਆਂ ਚੋਂ, among the very first ਦਾ ਮਤਲਬ ਸਭ ਤੋਂ ਪਹਿਲਾਂ ਪਹੁੰਚਣ ਵਾਲਿਆਂ ਚੋਂ, ਅਰਾਈਵ ਦਾ ਮਤਲਬ ਪਹੁੰਚਣ ਵਾਲਿਆਂ ਚੋਂ, ਕੌਣ ਸੀਗਾ ਜੀ? ਸੈਯਦ ਭੀਖਮ ਸ਼ਾਹ। ਇਸ ਦੇ ਨੀਚੇ ਲਾਈਨ ਲਾ ਲਓ ਥੋੜੀ ਜੀ, ਪੇਪਰ 'ਚ ਆ ਜਾਂਦਾ ਹੈ। ਸੈਯਦ ਭੀਖਮ ਸ਼ਾਹ ਕੌਣ ਸੀਗਾ ਜੀ? ਮੁਸਲਿਮ ਸੀਗਾ, ਮੁਸਲਮਾਨ ਸੀ। ਦੇਖੋ ਮੁਸਲਮਾਨ ਸੂਫੀ ਸੀ, ਮੁਸਲਿਮ ਸੂਫੀ ਆਫ ਗ੍ਰੇਟ ਰਿਪਿਊਟ, ਰਿਪਿਊਟ ਦਾ ਮਤਲਬ ਜਿਹਦੀ ਬਹੁਤ ਜ਼ਿਆਦਾ ਇੱਜ਼ਤ ਸੀਗੀ ਆਲੇ ਦੁਆਲੇ, ਅਤੇ ਪਵਿੱਤਰਤਾ ਸੀ ਉਹਦੀ। ਪਾਇਟੀ ਦਾ ਮਤਲਬ ਪਵਿੱਤਰ ਹੋਣੀ ਕੋਈ ਚੀਜ਼, ਮਤਲਬ ਉਸ ਨੂੰ ਪਵਿੱਤਰ ਮੰਨਿਆ ਜਾਂਦਾ ਸੀਗਾ, ਉਸਦੀ ਬਹੁਤ ਜ਼ਿਆਦਾ ਇੱਜ਼ਤ ਵੀ ਸੀ। ਤਾਂ ਉਹ ਪਹੁੰਚਿਆ ਸੀਗਾ ਜੀ ਵਧਾਈ ਦੇਣ। ਦੇਖੋ ਘਰੇ ਐਜ਼ ਦਾ ਸਟੋਰੀ ਗੋਜ਼, ਜਿਵੇਂ ਜਿਵੇਂ ਸਟੋਰੀ ਅੱਗੇ ਵਧਦੀ ਹੈ, he was holding in his hands two earthen vessels when he saw the child। ਤਾਂ ਉਹਨੇ ਕੀ ਕੀਤਾ? ਆਪਣੇ ਦੋਵੇਂ ਹੱਥਾਂ 'ਚ ਨਾ ਦੋ ਮਿੱਟੀ ਦੇ ਭਾਂਡੇ ਫੜ ਲਏ। ਅਰਥਨ, ਅਰਥ ਸ਼ਬਦ ਹੁੰਦਾ ਨਾ, ਅਰਥ ਹੁੰਦੀ ਹੈ ਧਰਤੀ, ਜੇ ਆਪਾਂ ਉਹਦੇ ਪਿੱਛੇ ਈਐਨ ਲਾ ਦਈਏ ਤਾਂ ਉਹ ਬਣ ਜਾਂਦਾ ਅਰਥਨ। ਅਰਥਨ ਦਾ ਮਤਲਬ ਮਿੱਟੀ ਦੀ ਬਣੀ ਹੋਈ, ਤੇ ਵੈਸਲ ਦਾ ਮਤਲਬ ਕੋਈ ਬਰਤਨ। ਉਹਨੇ ਦੋਨੇ ਹੱਥਾਂ ਦੇ ਵਿੱਚ ਕੀ ਫੜਿਆ ਹੋਇਆ ਸੀ? ਮਿੱਟੀ ਦੇ ਭਾਂਡੇ, ਇੱਕ ਭਾਂਡਾ ਇੱਧਰ, ਇੱਕ ਭਾਂਡਾ ਇੱਧਰ, ਭੀਖਮ ਸ਼ਾਹ ਨੇ ਫੜਿਆ ਹੋਇਆ ਸੀ। ਤੇ ਉਹ ਬੱਚੇ ਕੋਲੇ ਪਹੁੰਚਿਆ। ਕਿਹੜੇ ਬੱਚੇ ਕੋਲ? ਗੁਰੂ ਜੀ ਕੋਲ। ਗੁਰੂ ਜੀ ਕੋਲ ਪਹੁੰਚਿਆ। ਦਾ ਨਿਊ ਬੋਰਨ ਬੇਬੀ ਟਚਡ ਬੋਥ ਵੈਸਲਸ। ਦੇਖੋ ਜਦੋਂ ਉਹਨੇ ਇਸ ਤਰ੍ਹਾਂ ਦੋਨੇ ਹੱਥ ਅੱਗੇ ਵਧਾਏ ਭੀਖਮ ਸ਼ਾਹ ਨੇ, ਤਾਂ ਗੁਰੂ ਜੀ ਨੇ ਦੋਨੇ ਭਾਂਡਿਆਂ ਦੇ ਹੱਥ ਰੱਖ ਲਏ। ਐਕਚੁਅਲੀ ਨਾ ਭੀਖਮ ਸ਼ਾਹ ਨੇ ਇੱਕ ਤਰ੍ਹਾਂ ਦੀ ਪ੍ਰੀਖਿਆ ਲਈ ਸੀ ਗੁਰੂ ਜੀ, ਤਾਂ ਉਹਨੇ ਇਹ ਸ਼ੋਅ ਕੀਤਾ ਸੀ ਵੀ ਇੱਕ ਹੱਥ 'ਚ ਮੇਰੇ ਹਿੰਦੂ ਸਿੱਖਾਂ ਦਾ ਬਰਤਨ ਹੈ, ਦੂਜੇ ਪਾਸੇ ਮੁਸਲਮਾਨਾਂ ਦਾ, ਤੇ ਦੇਖਾਂ ਗੁਰੂ ਜੀ ਕਿਹਨੂੰ ਹੱਥ ਲਾਉਂਦੇ। ਤਾਂ ਗੁਰੂ ਜੀ ਕਹਿੰਦੇ ਮੇਰੇ ਲਈ ਤਾਂ ਸਾਰੇ ਹੀ ਨੇ, ਕਹਿੰਦਾ ਸਾਰਿਆਂ ਦੇ ਹੀ, ਦੋਨਾਂ ਦੇ ਹੱਥ ਰੱਖ। ਫਰੋਮ ਦੈਟ ਇੰਸੀਡੈਂਟ, ਇੰਸੀਡੈਂਟ ਦਾ ਮਤਲਬ ਘਟਨਾ, ਇਸ ਘਟਨਾ ਤੋਂ ਸੈਯਦ ਪ੍ਰਿਡਿਕਟਡ, ਪ੍ਰਿਡਿਕਟ ਦਾ ਮਤਲਬ ਹੁੰਦਾ ਹੈ ਭਵਿੱਖਬਾਣੀ ਕਰਨਾ। ਤਾਂ ਸੈਯਦ ਪ੍ਰਿਡਿਕਟਡ, ਸੈਯਦ ਭੀਖਮ ਸ਼ਾਹ ਨੇ ਭਵਿੱਖਬਾਣੀ ਕੀਤੀ ਕਿ that he would treat all Hindus and Muslims alike, ਕਿ ਗੁਰੂ ਜੀ, ਹੀ ਦਾ ਮਤਲਬ ਇੱਥੇ ਕੌਣ ਹੈ? ਗੁਰੂ ਜੀ, ਕਿ ਗੁਰੂ ਜੀ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਬਰਾਬਰ ਵਿਵਹਾਰ ਕਰਨਗੇ, ਇੱਕੋ ਤਰੀਕੇ ਦਾ ਵਿਵਹਾਰ ਕਰਨਗੇ। ਟ੍ਰੀਟ ਦਾ ਮਤਲਬ ਹੁੰਦਾ ਹੈ ਜੀ ਵਿਵਹਾਰ ਕਰਨਾ, ਅਲਾਈਕ ਦਾ ਮਤਲਬ ਇੱਕੋ ਤਰ੍ਹਾਂ। The child Gobind lived at Patna until he was 5। ਤਾਂ ਹੁਣ ਜਦੋਂ ਗੁਰੂ ਜੀ ਛੋਟੇ ਸੀ, ਬੱਚੇ ਸੀ, ਤਾਂ ਉਹ ਪਟਨਾ 'ਚ ਰਹੇ 5 ਸਾਲਾਂ ਤੱਕ। until he was 5, 5 ਸਾਲਾਂ ਤੱਕ ਰਹੇ। then he was brought to Anandpur, a town built by his father in the foothills of the Himalayas। 5 ਸਾਲ ਦੇ ਜਦੋਂ ਗੁਰੂ ਜੀ ਹੋ ਗਏ, ਉਹਨਾਂ ਨੂੰ ਅਨੰਦਪੁਰ ਸਾਹਿਬ ਲੈ ਕੇ ਆਂਦਾ ਗਿਆ। ਤਾਂ ਅਨੰਦਪੁਰ ਸਾਹਿਬ ਬੇਟਾ ਕਿਹਨੇ ਵਸਾਇਆ ਸੀ? ਉਹਨਾਂ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਨੇ ਅਨੰਦਪੁਰ ਸਾਹਿਬ ਵਸਾਇਆ ਸੀ। ਇਹ ਜਿਹੜਾ ਸ਼ਹਿਰ ਸੀ ਕਿਹਨੇ ਬਿਲਡ ਕੀਤਾ ਸੀ? ਗੁਰੂ ਤੇਗ ਬਹਾਦਰ ਜੀ ਨੇ, ਉਹਨਾਂ ਦੇ ਪਿਤਾ ਜੀ ਨੇ। ਕਿੱਥੇ ਸੀਗਾ ਇਹ? ਹਿਮਾਲय ਦੇ ਫੁੱਟਹਿਲਸ। ਫੁੱਟਹਿਲਸ ਮਤਲਬ ਪਹਾੜੀਆਂ ਦੇ ਪੈਰਾਂ 'ਚ, ਫੁੱਟਹਿਲਸ ਕਿਹਾ ਜਾਂਦਾ ਹੈ ਪਹਾੜੀਆਂ ਦੇ ਨੀਚੇ। ਜੇ ਤੁਸੀਂ ਅਨੰਦਪੁਰ ਸਾਹਿਬ ਜਾਓ ਤਾਂ ਬੇਟਾ ਤੁਹਾਨੂੰ ਵੱਡੀਆਂ ਵੱਡੀਆਂ ਪਹਾੜੀਆਂ ਦਿਖਦੀਆਂ ਨੇ, ਕਿਉਂਕਿ ਪਹਾੜੀਆਂ ਦੀ ਤਲਹਟੀ ਤੇ ਬਣਿਆ ਹੋਇਆ ਹੈ। ਫੁੱਟਹਿਲਸ ਦਾ ਮਤਲਬ ਸਮਝ ਆ ਗਿਆ। At 7 he began to take lessons in Sanskrit, Hindi and Persian। 7 ਸਾਲਾਂ ਦੀ ਉਮਰ 'ਚ ਗੁਰੂ ਜੀ ਨੇ 3 ਭਾਸ਼ਾਵਾਂ ਦਾ ਗਿਆਨ ਲੈਣਾ ਸ਼ੁਰੂ ਕਰਤਾ। ਕਿਹੜੀਆਂ ਕਿਹੜੀਆਂ? ਸੰਸਕ੍ਰਿਤ, ਹਿੰਦੀ ਅਤੇ ਪਰਸ਼ੀਅਨ, ਜਿਹਨੂੰ ਆਪਾਂ ਫਾਰਸੀ ਕਹਿੰਦੇ। ਪਰਸ਼ੀਅਨ ਭਾਸ਼ਾ ਨੂੰ ਆਪਾਂ ਫਾਰਸੀ ਕਹਿੰਦੇ ਹਾਂ। He made quick progress in his studies and became well acquainted with Sanskrit and Persian lores and learned by heart the whole of Holy Granth। ਕਹਿੰਦੇ ਉਹਨਾਂ ਨੇ ਬਹੁਤ ਤੇਜ਼ੀ ਨਾਲ ਪ੍ਰੋਗਰੈਸ ਕੀਤੀ। ਪ੍ਰੋਗਰੈਸ ਦਾ ਮਤਲਬ ਬੜੀ ਤੇਜ਼ੀ ਨਾਲ ਸਿੱਖੇ ਉਹ ਆਪਣੀ ਪੜ੍ਹਾਈ।
ਸਟੱਡੀਜ਼ ਦਾ ਮਤਲਬ ਪੜ੍ਹਾਈ, ਅਤੇ ਉਹ ਸੰਸਕ੍ਰਿਤ ਅਤੇ ਫਾਰਸੀ ਭਾਸ਼ਾ ਦੇ ਕਾਫੀ ਵਧੀਆ ਜਾਣੂ ਹੋ ਗਏ। ਐਕੁਆਇੰਟ ਵਿਦ ਦਾ ਮਤਲਬ ਹੁੰਦਾ ਬੇਟਾ ਜਾਣੂ ਹੋਣਾ, ਐਕੁਆਇੰਟਡ ਵਿਦ, ਐਕੁਆਇੰਟ ਵਰਬ ਦੀ ਪਹਿਲੀ ਫਾਰਮ ਹੁੰਦੀ ਹੈ, ਈਡੀ ਪਿੱਛੇ ਲੱਗ ਜਾਂਦੀ ਹੈ। ਐਕੁਆਇੰਟ ਦੇ ਨਾਲ ਹਮੇਸ਼ਾ ਵਿਦ ਪ੍ਰੈਪੋਜੀਸ਼ਨ ਆਉਂਦੀ ਹੈ, ਇਹਦਾ ਮਤਲਬ ਹੁੰਦਾ ਹੈ ਜਾਣੂ ਹੋਣਾ। ਨੋਰ ਦਾ ਮਤਲਬ ਹੁੰਦਾ ਬੇਟਾ ਵਿਦਿਆ। ਤਾਂ ਇਸ ਤਰ੍ਹਾਂ ਉਹ ਸੰਸਕ੍ਰਿਤ ਤੇ ਫਾਰਸੀ ਵਿਦਿਆ 'ਚ ਬਹੁਤ ਜਲਦੀ ਕੀ ਹੋ ਗਏ, ਜਾਣੂ ਹੋ ਗਏ, ਅਤੇ ਉਹਨਾਂ ਨੇ ਪਵਿੱਤਰ ਗ੍ਰੰਥ ਬਾਏ ਹਾਰਟ, ਬਾਏ ਹਾਰਟ ਦਾ ਮਤਲਬ ਕੀ ਹੈ, ਮੂੰਹ ਜ਼ਬਾਨੀ ਯਾਦ ਕਰਦੇ, ਬਾਏ ਹਾਰਟ ਯਾਦ ਹੀ ਕਰਦੇ ਛੋਟੇ ਹੁੰਦੇ ਹੀ। ਦੇਖੋ ਥਰੂ ਆਊਟ ਹਿਜ਼ ਲਾਈਫ ਹੀ ਰਿਟੇਨਡ ਹਿਜ਼ ਲਵ ਆਫ ਲਰਨਿੰਗ, ਕਹਿੰਦੇ ਆਪਣੀ ਪੂਰੀ ਜ਼ਿੰਦਗੀ ਦੇ ਦੌਰਾਨ, ਥਰੂ ਆਊਟ ਦਾ ਮਤਲਬ ਦੌਰਾਨ, ਪੂਰੀ ਜ਼ਿੰਦਗੀ ਦੇ ਦੌਰਾਨ ਉਹਨਾਂ ਨੇ ਆਪਣਾ ਸਿੱਖਣ ਪ੍ਰਤੀ ਪਿਆਰ ਜਾਰੀ ਰੱਖਿਆ। ਲਰਨਿੰਗ ਨੂੰ ਪਿਆਰ ਕਰਦੇ ਸੀ, ਤਾਂ ਤੁਹਾਨੂੰ ਵੀ ਮੈਂ ਹੀ ਕਹਿੰਦਾ ਬੇਟਾ ਕਿ ਲਰਨਿੰਗ ਨੂੰ ਪਿਆਰ ਕਰੋ, ਸਿੱਖਣ ਨੂੰ ਪਿਆਰ। ਐਟ ਪਾਉਂਟਾ ਸਾਹਿਬ ਔਨ ਦਾ ਬੈਂਕ ਆਫ ਦਾ ਜਮੁਨਾ ਹੀ ਕੈਪਟ 52 scholars with him, ਤੇ ਜਮੁਨਾ ਨਦੀ ਦੇ ਬਿਲਕੁਲ ਕੰਢੇ ਤੇ ਬਣਿਆ ਹੋਇਆ ਸੀ ਪਾਉਂਟਾ ਸਾਹਿਬ, ਉੱਥੇ ਇਹਨਾਂ ਨੇ ਆਪਣੇ ਨਾਲ 52 ਵਿਦਵਾਨ ਰੱਖੇ ਹੋਏ ਸੀ। 52 scholars, ਸਕਾਲਰ ਦਾ ਮਤਲਬ ਵਿਦਵਾਨ। ਵਿਦਵਾਨ ਕੌਣ ਹੁੰਦੇ ਆ, ਸਕਾਲਰ ਕੌਣ ਹੁੰਦੇ ਆ, ਜੋ ਬਹੁਤ ਜ਼ਿਆਦਾ ਗਿਆਨ ਰੱਖਦੇ ਆ, ਵੀ ਧਾਰਮਿਕ ਕਿਤਾਬਾਂ ਦਾ ਗਿਆਨ ਰੱਖਦੇ ਆ, ਪੜ੍ਹਾਈ ਦਾ ਗਿਆਨ ਰੱਖਦੇ ਆ, ਆਪਾਂ ਉਹਨੂੰ ਸਕਾਲਰ ਕਹਿੰਦੇ ਆ। ਸਕਾਲਰ ਸ਼ਬਦ ਸਕੂਲ ਤੋਂ ਬਣੇ, ਸਕੂਲ ਦੀ ਇੱਕ ਉਹ ਕੱਟਤੀ, ਪਿੱਛੇ AR ਲਾਤਾ, ਸਕਾਲਰ ਬਣ ਗਿਆ। They created a vast treasure of Punjabi literature by making translations from the Sanskrit। तो 52 विद्वान क्यों रखे सी गुरु जी ने, क्योंकि उन्होंने संस्कृत भाषा की ट्रांसलेशन की। ट्रांसलेशन समझते हो, अनुवाद किया। ट्रांसलेशन का मतलब होता है जी अनुवाद। किहदे च कीता अनुवाद जी, पंजाबी लिटरेचर च, पंजाबी च, संस्कृत तो पंजाबी च अनुवाद किया। ते फिर एक उन्होंने वास्ट ट्रेजर बनाता। वास्ट का मतलब बहुत बड़ा, ट्रेजर का मतलब खजाना। हाँ, ट्रेजर का मतलब की है जी खजाना, वास्ट का मतलब बहुत बड़ा। He himself wrote poetry which is of a very high order। उन्होंने खुद भी पोएट्री लिखी, तो गुरु जी ने खुद भी पोएट्री लिखी है, ते बहुत ही उच्ची, मतलब बहुत ही उच्चे पद्धर की पोएट्री लिखी है, ऑफ वेरी हाई ऑर्डर। उन्हों की पोएट्री बहुत ही उच्चे पद्धर की पोएट्री सी, आम बंदा नहीं लिख सकता। Rarely has poetry in any tongue aroused greater zeal and vigor or inspired greater courage। दो तीन शब्द नवे आए हैं। टंग का मतलब की होंगे जी, वैसे ਜ਼ਬਾਨ ਜੀਵ ਨੂੰ ਕਿਹਾ ਜਾਂਦਾ, ਲੇਕਿਨ ਇੱਥੇ ਹੈ ਜ਼ਬਾਨ। ਹੁਣ ਕਈ ਜ਼ਬਾਨਾਂ ਦੇ ਵਿੱਚ ਬੇਟਾ ਪੋਇਟਰੀ ਲਿਖੀ ਜਾਂਦੀ ਹੈ, ਜਿਹੜੀ ਗੁਰੂ ਜੀ ਨੇ ਜਿਸ ਜ਼ਬਾਨ ਦੇ ਵਿੱਚ ਪੋਇਟਰੀ ਲਿਖੀ ਹੈ ਉਹ ਰੇਅਰ ਹੈ। ਰੇਅਰਲੀ ਦਾ ਮਤਲਬ ਕੀ ਹੁੰਦਾ ਹੈ, ਬਹੁਤ ਘੱਟ ਦੇਖਣ ਨੂੰ ਮਿਲਦੀ ਹੈ। ਰੇਅਰ ਦਾ ਮਤਲਬ ਬਹੁਤ ਘੱਟ ਮਿਲਦੀ ਹੈ, ਕਿਉਂ, ਉਸ ਦੇ ਵਿੱਚ ਇੰਨਾ ਜ਼ਿਆਦਾ ਜੋਸ਼ ਹੈ। ਜ਼ੀਲ, ਜ਼ੀਲ ਦਾ ਮਤਲਬ ਹੁੰਦਾ ਜੀ ਜੋਸ਼, ਜੋਸ਼ ਪੈਦਾ ਕਰਦੀ ਹੈ। ਵਿਗਰ, ਵਿਗਰ ਦਾ ਮਤਲਬ ਹੁੰਦੀ ਹੈ ਜੀ એનર્ਜੀ, ਊਰਜਾ, ਅਤੇ ਉਹ ਹੌਸਲਾ। ਕਰੇਜ਼ ਦਾ ਮਤਲਬ ਕੀ ਹੈ ਜੀ, ਹੌਸਲਾ, ਅਤੇ ਉਹ ਇੰਨਾ ਹੌਸਲਾ ਦੇਣ ਵਾਲੀ ਪੋਇਟਰੀ ਹੈ ਗੁਰੂ ਜੀ ਦੀ ਕਿ ਸਾਨੂੰ ਹੋਰ ਜ਼ਬਾਨਾਂ ਦੇ ਵਿੱਚ ਇਸ ਤਰ੍ਹਾਂ ਦੀ ਪੋਇਟਰੀ ਨਹੀਂ ਮਿਲਦੀ। ਪੱਧਰ ਦੀ ਊਰਜਾ, ਜਿਸ ਪੱਧਰ ਦੀ એનર્ਜੀ, ਜੋਸ਼ ਗੁਰੂ ਜੀ ਦੀ ਪੋਇਟਰੀ ਪੈਦਾ ਕਰਦੀ ਹੈ। ਅਰਾਊਜ਼ ਦਾ ਮਤਲਬ ਹੁੰਦਾ ਪੈਦਾ ਕਰਨਾ, ਤਾਂ ਜਿਸ ਪੱਧਰ ਦੀ ਪੋਇਟਰੀ ਗੁਰੂ ਜੀ ਦੀ ਸਾਡੇ ਅੰਦਰ ਊਰਜਾ, ਜੋਸ਼ ਪੈਦਾ ਕਰਦੀ ਹੈ, ਹੋਰ ਕਿਸੇ ਜ਼ਬਾਨ 'ਚ ਏਦਾਂ ਦੀ ਪੋਇਟਰੀ ਊਰਜਾ ਪੈਦਾ ਨਹੀਂ ਕਰਦੀ। His life story, the ਬਚਿੱਤਰ ਨਾਟਕ, the wonderful drama, the ਅਕਾਲ ਉਸਤਤ and the ਚੰਡੀ ਦੀਵਾਰ are some of his famous compositions। compositions ਦਾ ਮਤਲਬ ਹੁੰਦਾ ਬੱਚਿਓ ਰਚਨਾਵਾਂ। ਤਾਂ ਉਹਨਾਂ ਦੀ ਲਾਈਫ ਸਟੋਰੀ ਹੈ ਜੀ, ਆਪਣੀ ਜ਼ਿੰਦਗੀ ਦੀ ਕਹਾਣੀ ਦਾ ਬਚਿੱਤਰ ਨਾਟਕ, ਜਿਹਨੂੰ ਆਪਾਂ ਕਹਿੰਦੇ ਆ ਹੈ ਨਾ, ਇੰਗਲਿਸ਼ ਚ ਆਪਾਂ ਉਹਨੂੰ ਕੀ ਕਹਿੰਦੇ ਆ, ਦਾ ਵੰਡਰਫੁਲ ਡਰਾਮਾ। ਇੰਗਲਿਸ਼ ਚ ਆਪਾਂ ਉਹਨੂੰ ਕਹਿੰਦੇ ਆ ਦਾ ਵੰਡਰਫੁਲ ਡਰਾਮਾ, ਪੰਜਾਬੀ ਚ ਉਹਨੂੰ ਆਪਾਂ ਕਹਿੰਦੇ ਆ ਬਚਿੱਤਰ ਨਾਟਕ। ਇੱਕ ਹੈ ਉਹਨਾਂ ਦਾ ਲਿਖੀ ਹੋਈ ਰਚਨਾ ਹੈ ਜੀ ਅਕਾਲ ਉਸਤਤ, ਤੇ ਤੀਸਰੀ ਉਹਨਾਂ ਦੀ ਚੰਡੀ ਦੀਵਾਰ। ਤਾਂ ਤਿੰਨ ਰਚਨਾਵਾਂ ਦਾ ਜ਼ਿਕਰ ਹੋਇਆ ਇਸ ਲਾਈਨ 'ਚ, ਤਾਂ ਇਹ ਉਹਨਾਂ ਦੀਆਂ ਕੁਝ ਫੇਮਸ ਰਚਨਾਵਾਂ। ਗੋਬਿੰਦ ਸਿੰਘ was 9 years old when Guru Tegh Bahadur was martyred at Delhi। ਗੋਬਿੰਦ ਸਿੰਘ ਜੀ 9 ਸਾਲਾਂ ਦੇ ਸੀ, ਸਿਰਫ 9 ਸਾਲਾਂ ਦੇ ਸੀ, ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ। ਮਾਰਟਰ ਦਾ ਮਤਲਬ ਸ਼ਹੀਦ ਕਰਨਾ। ਕਿੱਥੇ? ਦਿੱਲੀ 'ਚ। The responsibility for guiding the destiny of the people and fulfilling the mission of Guru Nanak now became his, and he began to prepare himself for the great task that lay ahead। ਲੋਕਾਂ ਦੀ ਕਿਸਮਤ ਦੀ
ਅਗਵਾਈ ਕਰਨ ਦੀ ਜ਼ਿੰਮੇਵਾਰੀ, ਰਿਸਪੌਂਸਿਬਿਲਿਟੀ ਦਾ ਮਤਲਬ ਜ਼ਿੰਮੇਵਾਰੀ, ਗਾਈਡ ਕਰਨਾ, ਗਾਈਡ ਦਾ ਮਤਲਬ ਅਗਵਾਈ ਕਰਨਾ, ਲੋਕਾਂ ਦੀ ਡੈਸਟੀਨੀ, ਲੋਕਾਂ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਅਤੇ ਗੁਰੂ ਨਾਨਕ ਜੀ ਦੇ ਮਿਸ਼ਨ ਨੂੰ ਫੁੱਲਫਿਲ ਕਰਨਾ, ਪੂਰਾ ਕਰਨਾ। ਜੋ ਗੁਰੂ ਨਾਨਕ ਦੇਵ ਜੀ ਨੇ ਮਿਸ਼ਨ ਚਲਾਇਆ ਸੀ ਸਿੱਖ ਪ੍ਰਥਾ ਦਾ, ਉਹਨੂੰ ਫੁੱਲਫਿਲ ਕਰਨਾ। ਇਹ ਕੰਮ ਕਿਹਨੂੰ ਕਰਨਾ ਪੈ ਗਿਆ ਜੀ? ਹੁਣ ਗੁਰੂ ਗੋਬਿੰਦ ਸਿੰਘ ਜੀ ਨੂੰ। ਬਿਕੇਮ ਹਿਜ਼, ਇੱਥੇ ਲਿਖਿਆ ਨਾ ਨਾਓ ਬਿਕੇਮ ਹਿਜ਼, ਇਹ ਸਾਰੀ ਜ਼ਿੰਮੇਵਾਰੀ ਕਿਹਦੀ ਬਣ ਗਈ? ਗੁਰੂ ਜੀ ਦੀ। ਹਿਜ਼ ਦਾ ਮਤਲਬ ਇੱਥੇ ਗੁਰੂ ਜੀ ਹੋ ਗਏ। ਅਤੇ ਫਿਰ ਉਹਨਾਂ ਨੇ ਆਪਣੇ ਆਪ ਨੂੰ ਤਿਆਰ ਕਰ ਲਿਆ, ਪ੍ਰੀਪੇਅਰ ਹਿਮਸੈਲਫ, ਤਿਆਰ ਕਰ ਲਿਆ ਕਾਦੇ ਲਈ? ਫॉर ਦਾ ਗ੍ਰੇਟ ਟਾਸਕ, ਇੱਕ ਮਹਾਨ ਕੰਮ ਦੇ ਲਈ ਜਿਹੜਾ ਉਹਨਾਂ ਦੇ ਅੱਗੇ ਪਿਆ ਸੀ। ਲੇ ਅਹੈਡ, ਲੇ ਅਹੈਡ ਦਾ ਮਤਲਬ, ਲੇ ਕੋਈ ਚੀਜ਼ ਪਈ ਹੁੰਦੀ ਹੈ ਨਾ, ਉਹ ਆਪਾਂ ਕਹਿੰਦੇ ਆ ਲੇ। ਅਹੈਡ ਦਾ ਮਤਲਬ ਅੱਗੇ। ਇਹ ਚੀਜ਼ਾਂ ਜਿਹੜੀਆਂ ਅੱਗੇ ਪਈਆਂ ਸੀ ਉਹਨਾਂ ਲਈ ਉਹਨਾਂ ਨੇ ਆਪਣੇ ਆਪ ਨੂੰ ਤਿਆਰ ਕਰ ਲਿਆ ਵੀ ਹੁਣ ਇਹ ਮੇਰੀ ਜ਼ਿੰਮੇਵਾਰੀ ਬਣ ਗਈ ਕਿ ਮੈਂ ਲੋਕਾਂ ਦੀ ਅਗਵਾਈ ਵੀ ਕਰਨੀ ਹੈ ਅਤੇ ਗੁਰੂ ਜੀ, ਗੁਰੂ ਨਾਨਕ ਦੇਵ ਜੀ ਦੀਆਂ ਜੋ ਮਿਸ਼ਨ ਹੈ ਉਸ ਨੂੰ ਵੀ ਪੂਰਾ ਕਰਨਾ। He performed his own devotions and held morning and evening prayer gatherings to teach religion to all who came। ਤਾਂ ਉਹਨਾਂ ਨੇ ਆਪਣੀਆਂ ਸਾਰੀਆਂ ਜੋ ਕੰਮ ਸੀ ਜੀ, ਡਿਵੋਸ਼ਨ ਸੀਗੀਆਂ, ਤੇ ਡਿਵੋਸ਼ਨ ਦਾ ਮਤਲਬ ਜੋ ਉਹਨਾਂ ਦੀਆਂ ਜ਼ਿੰਮੇਵਾਰੀਆਂ ਸੀ ਉਹਨਾਂ ਨੂੰ ਪਰਫਾਰਮ ਕੀਤਾ, ਉਹਨਾਂ ਨੇ ਪੂਰਾ ਕੀਤਾ। ਅਤੇ ਸਵੇਰ ਵੇਲੇ ਅਤੇ ਸ਼ਾਮ ਨੂੰ ਪ੍ਰੇਅਰ ਗੈਦਰਿੰਗਸ, ਪ੍ਰੇਅਰ ਗੈਦਰਿੰਗ, ਪ੍ਰੇਅਰ ਹੁੰਦੀਆਂ ਸੀ ਨਾ, ਸੰਗਤਾਂ ਇਕੱਠੀਆਂ ਹੁੰਦੀਆਂ ਸੀ ਤਾਂ ਸੰਗਤ ਦੇ ਵਿੱਚੋਂ ਹਾਜ਼ਰ ਹੁੰਦੇ ਸੀ। ਫਿਰ ਉਹ ਕੀ ਕਰਦੇ ਸੀ? ਟੂ ਟੀਚ ਰਿਲੀਜਨ, ਧਰਮ ਦੀ ਸਿੱਖਿਆ ਦਿੰਦੇ ਸੀ। ਟੂ ਆਲ, ਉਹਨਾਂ ਸਾਰਿਆਂ ਨੂੰ ਜੋ ਉਸ ਸੰਗਤ ਦੇ ਵਿੱਚ ਆਉਂਦੇ ਸੀ। ਹੀ ਪ੍ਰੈਕਟਿਸ ਦਾ ਯੂਜ਼ ਆਫ ਆਰਮਸ ਐਂਡ ਵੈਂਟ ਆਊਟ ਹੰਟਿੰਗ। ਤਾਂ ਗੁਰੂ ਜੀ ਨੇ ਆਰਮਸ, ARMS, ਦੇਖੋ ਇੱਕ ਤਾਂ ਹੁੰਦੀ ਹੈ ਆਰਮ, ARM, ਹੈ ਨਾ, ਬਾਹਨੂੰ ਕਿਹਾ ਹੈ, ਲੇਕਿਨ ਉਹਦੇ ਪਿੱਛੇ ਜੇ ਐਸ ਪੈ ਜੇ ਆਰਮਸ ਤਾਂ ਉਹਦਾ ਮਤਲਬ ਹੁੰਦਾ ਹੈ ਹਥਿਆਰ। ਤਾਂ ਉਹਨਾਂ ਨੇ ਹਥਿਆਰ ਚਲਾਣੇ ਵੀ ਸਿੱਖੇ, ਹਥਿਆਰ ਵੀ ਚਲਾਏ ਉਹਨਾਂ ਨੇ ਗੁਰੂ ਜੀ ਨੇ। ਅਤੇ ਉਹ ਸ਼ਿਕਾਰ ਕਰਨ ਵੀ ਜਾਂਦੇ ਸੀ। ਵੈਂਟ ਆਊਟ ਹੰਟਿੰਗ ਦਾ ਮਤਲਬ ਕੀ ਹੁੰਦਾ ਹੈ ਜੀ? ਸ਼ਿਕਾਰ ਕਰਨਾ। ਆਰਮਸ ਦਾ ਮਤਲਬ ਹਥਿਆਰ, ਹੰਟਿੰਗ ਦਾ ਮਤਲਬ ਸ਼ਿਕਾਰ। The Sikhs came from far and near to pay homage and bring him offerings, especially of arms and horses। ਉਹ ਜਿਹੜੇ ਸਿੱਖ ਲੋਕ ਸੀਗੇ ਉਹ far and near, far and near ਵੀ ਬੱਚਿਓ ਫਰੇਜ਼ ਹੁੰਦਾ ਹੈ। far and near ਦਾ ਮਤਲਬ ਉਹੀ ਦੂਰ ਦਰਾਡਾ, ਦੂਰ ਦਰਾਡੇ ਤੋਂ ਆਉਂਦੇ ਸੀ। ਹੋਮੇਜ, ਪੇ ਹੋਮੇਜ, ਪੇ ਹੋਮੇਜ ਦਾ ਮਤਲਬ ਮੱਥਾ ਟੇਕਣ। ਅਤੇ ਫਿਰ ਉਹਨਾਂ ਦੇ ਲਈ ਉਹ ਕਈ ਚੀਜ਼ਾਂ ਲੈ ਕੇ ਆਉਂਦੇ ਸੀ। ਆਫਰਿੰਗ ਦਾ ਮਤਲਬ ਹੁੰਦਾ ਹੈ, ਪੰਜਾਬੀ ਚ ਆਪਾਂ ਉਹਨੂੰ ਕਹਿੰਦੇ ਨੇ ਭੇਟਾ। ਆਫਰਿੰਗ ਦਾ ਮਤਲਬ ਕੀ ਹੋ ਗਿਆ ਜੀ? ਭੇਟਾ ਲੈ ਕੇ ਆਉਂਦੇ ਸੀ। ਉਹ ਭੇਟੇ ਚ ਕੀ ਕੁਝ ਲੈ ਕੇ ਆਉਂਦੇ ਸੀ ਬੱਚਿਓ? ਹਥਿਆਰ ਅਤੇ ਘੋੜੇ। Anandpur was surrounded by small hill states ruled by Rajput princes who did not approve of the way Guru Gobind Singh encouraged the four castes to mix with one another। ਹੁਣ ਤੁਹਾਨੂੰ ਪਤਾ ਬੱਚਿਓ ਅਨੰਦਪੁਰ ਸਾਹਿਬ ਹਿਮਾਲਿਆ ਦੀਆਂ ਫੁੱਟ ਹਿਲਸ ਬਣਿਆ ਹੋਇਆ ਹੈ। ਆਲੇ ਦੁਆਲੇ ਪਹਾੜ ਸੀਗੇ, ਪਹਾੜਾਂ ਦੇ ਪਹਾੜੀ ਰਾਜੇ ਸੀ। ਤਾਂ ਅਨੰਦਪੁਰ ਸਾਹਿਬ ਘਿਰੇ ਹੋਏ ਸੀਗੇ ਛੋਟੀਆਂ ਛੋਟੀਆਂ ਪਹਾੜੀ ਰਾਜਾਂ ਨਾਲ। ਅਨੰਦਪੁਰ ਸਾਹਿਬ ਪਹਾੜੀ ਰਾਜਾਂ ਨਾਲ ਘਿਰੇ ਹੋਏ ਸੀ, ਸਮਾਲ ਹਿਲ ਸਟੇਟਸ। ਤੇ ਉਹਨਾਂ ਦੇ ਰੂਲ ਕੌਣ ਕਰਦਾ ਸੀ ਜੀ? ਸ਼ਾਸਨ ਕੌਣ ਕਰਦਾ ਸੀ? ਰਾਜਪੂਤ ਰਾਜੇ। ਰਾਜਪੂਤ ਰਾਜੇ ਉਹਨਾਂ ਪਹਾੜੀ ਰਾਜਾਂ ਤੇ ਰਾਜ ਕਰਦੇ ਸੀ ਅਤੇ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਇਹ ਚੀਜ਼ ਪਸੰਦ ਨਹੀਂ ਸੀ। did not approve, approve of, approve of ਦਾ ਮਤਲਬ ਹੁੰਦਾ ਹੈ ਪਸੰਦ ਹੋਣਾ। ਕੀ ਚੀਜ਼ ਪਸੰਦ ਨਹੀਂ ਸੀ? ਕਿ ਗੁਰੂ ਜੀ ਚਾਰੇ ਜਾਤਾਂ ਨੂੰ, ਸਾਰੇ ਚਾਰ ਜਾਤਾਂ ਨੂੰ ਮਿਕਸ ਕਰਕੇ ਇੱਕ ਦੂਜੇ ਦੇ ਨਾਲ ਐਨਕਰੇਜ ਕਰਦੇ ਸੀ, ਉਹਨਾਂ ਨੂੰ ਉਤਸ਼ਾਹਿਤ ਕਰਦੇ ਸੀ ਵੀ ਇਹਨਾਂ ਦੀ ਸੰਗਤ ਚ ਵੀ ਚਾਰੇ ਕਾਸਟਾਂ ਦੇ ਬੰਦੇ ਆਉਂਦੇ ਨੇ। ਬ੍ਰਾਹਮਣ, ਖੱਤਰੀ, ਵੈਸ਼, ਇਹਨੂੰ ਕਿਹਾ ਗਿਆ ਵੈਸ਼ ਸ਼ੂਦਰ, ਹੈ ਨਾ। ਇਹ ਚਾਰੇ ਕਾਸਟਾਂ ਦੇ ਬੰਦੇ ਇੱਕੋ ਥਾਂ ਤੇ ਆ ਕੇ ਲੰਗਰ ਖਾਂਦੇ ਵੀ। ਪਹਾੜੀ ਰਾਜਾਂ ਦੇ ਰਾਜਿਆਂ ਨੂੰ ਇਹ ਗੱਲ ਵਧੀਆ ਨਹੀਂ ਲੱਗੀ। They disapproved especially of the langar or the community kitchen where all dined together irrespective of caste, creed or position। ਉਹਨਾਂ ਨੂੰ ਖਾਸ ਤੌਰ ਤੇ ਪਸੰਦ ਨਹੀਂ ਸੀ। ਡਿਸਐਪਰੂਵ ਦਾ ਮਤਲਬ ਪਸੰਦ ਨਾ ਹੋਣਾ। ਕਿਹਦਾ? ਲੰਗਰ ਦਾ। ਲੰਗਰ ਨੂੰ ਦੇਖੋ ਥੋੜਾ ਜਿਹਾ ਟੇਢਾ ਕਰਕੇ ਪਾਇਆ ਹੋਇਆ ਨਾ, ਇਟੈਲਿਕਸ ਪਾਇਆ ਹੋਇਆ ਹੈ ਨਾ, ਕਿਉਂ? ਕਿਉਂਕਿ ਲੰਗਰ ਸ਼ਬਦ ਪੰਜਾਬੀ ਦਾ ਹੈ। ਇੰਗਲਿਸ਼ ਚ ਆਪਾਂ ਲੰਗਰ ਨੂੰ ਕੀ ਕਹਿੰਦੇ ਆ ਵੀ? ਕਮਿਊਨਿਟੀ ਕਿਚਨ। ਲੰਗਰ ਤਾਂ ਆਪਾਂ ਸਾਰੇ ਜਣੇ ਜਾਣਦੇ ਹਾਂ ਪੰਜਾਬੀ ਚ। ਇੰਗਲਿਸ਼ ਚ ਆਪਾਂ ਇਹਨੂੰ ਲੰਗਰ ਨੂੰ ਕੀ ਕਹਿੰਦੇ ਆ? ਕਮਿਊਨਿਟੀ ਕਿਚਨ। ਕਿਚਨ ਤਾਂ ਜਾਣਦੇ ਹੋ, ਰਸੋਈ। ਕਮਿਊਨਿਟੀ ਦਾ ਮਤਲਬ ਹੁੰਦਾ ਹੈ ਸਮੁਦਾਇ। ਸਮੁਦਾਇ ਜਦੋਂ ਇਕੱਠਾ ਕਿਚਨ ਚ ਖਾਣਾ ਬਣਾਉਂਦਾ ਹੈ, ਖਾਣਾ ਖਾਂਦਾ ਹੈ, ਆਪਾਂ ਉਹਨੂੰ ਲੰਗਰ ਕਹਿੰਦੇ। ਹੁਣ ਲੰਗਰ ਚ ਕੀ ਹੁੰਦਾ ਹੈ? ਆਲ ਡਾਈਨ ਟੂਗੈਦਰ, ਸਾਰੇ ਜਣੇ ਇਕੱਠੇ ਖਾਣਾ ਖਾਂਦੇ ਨੇ ਅਤੇ ਉੱਥੇ ਫਿਰ ਕਿਸੇ ਵੀ
ਜਾਤ ਦਾ, ਪਾਤ ਦਾ ਜਾਂ ਪੋਜੀਸ਼ਨ ਦਾ। ਕਾਸਟ ਦਾ ਮਤਲਬ ਜਾਤ ਹੋ ਗਿਆ, ਕ੍ਰੀਡ ਦਾ ਮਤਲਬ ਪੰਥ ਹੋ ਗਿਆ, ਪਾਤ ਹੋ ਗਿਆ, ਅਤੇ ਪੋਜੀਸ਼ਨ ਉਹਨਾਂ ਦੀ ਜਿਹੜੀ ਮਰਜ਼ੀ ਪੋਜੀਸ਼ਨ ਹੈ, ਕੋਈ ਵੱਡਾ ਹੈ ਚਾਹੇ ਛੋਟਾ ਹੈ, ਸਾਰੇ ਜਣੇ ਇਕੱਠੇ ਹੋ ਕੇ ਲੰਗਰ ਖਾਂਦੇ ਸੀ। ਇਸ ਚੀਜ਼ ਨੂੰ ਪਹਾੜੀ ਰਾਜੇ ਪਸੰਦ ਨਹੀਂ ਸੀ ਕਰਦੇ। The hill rajas were jealous too of the magnificence of his court। ਹੁਣ ਜਿਹੜੇ ਗੁਰੂ ਜੀ ਸੀਗੇ ਉਹਨਾਂ ਦਾ ਜਿਹੜਾ ਕੋਟ ਹੁੰਦਾ ਸੀ, ਜਿੱਥੇ ਉਹ ਕਚਹਿਰੀ ਲਾਉਂਦੇ ਸੀ, ਸ਼ਾਨ ਜੇ ਵਾਲਾ ਹੁੰਦਾ ਸੀ, ਹੈ ਨਾ। ਮੈਗਨੀਫਿਸੈਂਸ ਦਾ ਮਤਲਬ ਸ਼ਾਨ ਵਾਲਾ ਹੁੰਦਾ ਸੀ ਉਹਨਾਂ ਦਾ ਕੋਟ, ਜਿੱਥੇ ਕਚਹਿਰੀ ਲਾਉਂਦੇ ਹੁੰਦੇ ਸੀ ਗੁਰੂ ਜੀ। ਤਾਂ ਉਹਦੇ ਨਾਲ ਵੀ ਜੈਲਸ ਸੀਗੇ ਉਹ। ਜੈਲਸ ਦਾ ਮਤਲਬ ਈਰਖਾ ਕਰਦੇ ਸੀ। With a view to spreading the new spirits which now inspired the Sikhs, Guru Gobind Singh initiated the order of the Khalsa। ਤਾਂ ਨਵੀਂ ਭਾਵਨਾ ਭਰਨ ਦੇ ਲਈ ਸਪਿਰਿਟਸ ਦਾ ਮਤਲਬ ਭਾਵਨਾ, ਤਾਂ ਨਵੀਂ ਭਾਵਨਾ ਭਰਨ ਦੇ ਲਈ ਜਿਨ੍ਹਾਂ ਨਾਲ ਸਿੱਖ ਇੰਸਪਾਇਰ ਹੋ ਜਾਣ, ਪ੍ਰੇਰਨਾ ਆ ਜੇ ਸਿੱਖਾਂ ਦੇ ਵਿੱਚ। ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਕੀ ਸ਼ੁਰੂ ਕੀਤਾ? ਇਨੀਸ਼ੀਏਟ ਦਾ ਮਤਲਬ ਸ਼ੁਰੂ ਕਰਨਾ। ਕੀ ਸ਼ੁਰੂ ਕੀਤਾ? ਖਾਲਸਾ ਪੰਥ। The manner of initiation was novel and dramatic। ਤਾਂ ਇਹ ਜਿਹੜੀ ਸ਼ੁਰੂਆਤ ਸੀ ਇਨੀਸ਼ੀਏਸ਼ਨ, ਖਾਲਸਾ ਪੰਥ ਦੀ ਜਿਹੜੀ ਸ਼ੁਰੂਆਤ ਸੀਗੀ, ਇਹ ਨਵੇਕਲੀ ਸੀ। ਨੋਵਲ ਦਾ ਮਤਲਬ ਹੁੰਦਾ ਨਵੇਕਲੀ, ਨਵੀਂ ਚੀਜ਼ ਸੀਗੀ ਜੀ, ਪਹਿਲਾਂ ਕਦੇ ਹੋਈ ਨਹੀਂ ਸੀ। ਅਤੇ ਡਰਾਮੈਟਿਕ ਸੀਗੀ, ਮਤਲਬ ਇਹਦੇ ਚ ਡਰਾਮਾ ਵੀ ਸੀ।